ਵੀਡੀਓ ਅੱਜ ਆਪਾਂ ਤੁਹਾਡਾ ਚੈਪਟਰ ਨੰਬਰ 5 ਕਰਨ ਲੱਗੇ ਆ GS&ET ਦਾ ਜਰਨਲ ਸਕਿੱਲਸ ਐਂਡ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਦਾ। ਚੈਪਟਰ ਦਾ ਨਾਮ ਹੈ ਮੈਨੇਜਿੰਗ ਸੈਲਫ ਸਾਈਕੋਲੋਜੀਕਲ ਲੈਵਲ। ਕੋ ਬੇਟੇ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਤੇ ਕਿ ਸਟ੍ਰੈਸ ਕੀ ਹੁੰਦਾ ਹੈ। ਤੁਸੀਂ ਆਪਣੀ ਲਾਈਫ ਦੇ ਵਿੱਚ ਸਾਨੂੰ ਥੋੜਾ ਬਹੁਤਾ ਸਟ੍ਰੈਸ ਤਾਂ ਜ਼ਰੂਰ ਲੈਣਾ ਚਾਹੀਦਾ ਹੈ। ਦੇਖੋ ਤੁਸੀਂ ਹੁਣ ਤੁਹਾਡੀ ਇਸ ਵੇਲੇ ਕੈਰੀਅਰ ਬਿਲਡਿੰਗ ਸਟੇਜ ਹੈ। ਤੁਸੀਂ ਆਪਣੀ ਪਹਿਲਾਂ ਮੈਟ੍ਰਿਕ ਤੱਕ ਪੜ੍ਹਾਈ ਕੀਤੀ, ਫਿਰ ਤੁਹਾਡਾ ਹੁਣ ਤੁਸੀਂ ਡਿਪਲੋਮਾ ਕਰਨਾ। ਤੁਸੀਂ ਡਿਪਲੋਮੇ ਤੋਂ ਬਾਅਦ ਜੌਬ ਕਰਨੀ ਹੈ ਜਾਂ ਆਪਣੀ ਡਿਗਰੀ ਕਰਨੀ, ਡਿਗਰੀ ਕਰਕੇ ਜੌਬ ਕਰਨੀ ਹੈ। ਤੁਹਾਡੇ ਮਾਈਂਡ ਦੇ ਉੱਤੇ ਇੰਨਾ ਕੁ ਸਟ੍ਰੈਸ ਤਾਂ ਹੋਣਾ ਚਾਹੀਦਾ ਕਿ ਤੁਹਾਨੂੰ ਆਪਣੇ ਕੈਰੀਅਰ ਬਾਰੇ ਪਤਾ ਹੋਵੇ। ਪਰ ਕਿਸੇ ਵੀ ਮਨ ਦਾ ਫੀਅਰ ਮਨ ਦੇ ਵਿੱਚ ਬਿਠਾਉਣਾ ਜਾਂ ਕਿਸੇ ਚੀਜ਼ ਤੋਂ ਲਗਾਤਾਰ ਐਗਜ਼ਾਮ ਤੋਂ ਪਹਿਲਾਂ ਡਰਨਾ ਸ਼ੁਰੂ ਕਰ ਦੇਣਾ, ਨਰਵਸ ਹੋਣਾ ਸ਼ੁਰੂ ਕਰ ਦੇਣਾ, ਨਰਵਸ ਸਿਸਟਮ 'ਤੇ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਜ਼ਿਆਦਾ ਸਟ੍ਰੈਸ ਹੈ ਉਹ ਤੁਹਾਡੀ ਬਾਡੀ ਦੀ ਹਾਰਮਫੁਲ ਹੈ। ਪਰ ਜੇ ਤੁਸੀਂ ਬਿਲਕੁਲ ਵੀ ਕੋਈ ਟੈਨਸ਼ਨ ਨਹੀਂ ਲਾਓਗੇ ਆਪਣੀ ਪੜ੍ਹਾਈ ਦੀ, ਆਪਣੇ ਕੈਰੀਅਰ ਦੀ, ਤਾਂ ਤੁਹਾਡਾ ਜਿਹੜਾ ਕੈਰੀਅਰ ਹੈ ਉਹ ਬਹੁਤ ਵਧੀਆ ਨਹੀਂ ਬਣ ਪਾਏਗਾ। ਤੁਹਾਨੂੰ ਉਹਦੇ ਲਈ ਆਪਣੇ ਬ੍ਰੇਨ ਦੇ ਉੱਤੇ ਆਪਣਾ ਇੱਕ ਕੈਲੰਡਰ ਸੈੱਟ ਕਰਨਾ ਪਏਗਾ, ਟਾਈਮ ਦੀ ਮੈਨੇਜਮੈਂਟ ਕਰਨੀ ਪਏਗੀ ਤਾਂ ਕਿ ਤੁਸੀਂ ਲਾਈਫ ਦੇ ਵਿੱਚ ਰਾਈਜ਼ ਕਰ ਸਕੋ। ਸਟ੍ਰੈਸ when people feel stressed by something going on around them, their bodies react by releasing chemicals into the blood। ਜਦੋਂ ਆਪਣੇ ਆਲੇ ਦੁਆਲੇ ਕੁਝ ਹੋ ਰਿਹਾ ਹੁੰਦਾ ਹੈ ਤਾਂ ਸਾਨੂੰ ਕੁਛ ਚੀਜ਼ ਦਾ ਕੋਈ ਸਾਡੀ ਜਿਹੜੀਆਂ ਬੋਡੀਜ਼ ਇਸ ਤਰ੍ਹਾਂ ਰਿਐਕਟ ਕਰਦੀਆਂ ਨੇ ਕਿ ਸਾਡੀ ਬੋਡੀ ਦੇ ਵਿੱਚ ਡਿਫਰੈਂਟ ਕੈਮੀਕਲਸ ਰਿਲੀਜ਼ ਹੁੰਦੇ ਨੇ। These chemicals give people more energy and strength, which can be a good thing if their stress is caused by physical danger। ਜੇ ਆਪਾਂ ਕਿਸੇ ਚੀਜ਼ ਤੋਂ ਇੱਕਦਮ ਡਰ ਜਾਂਦੇ ਹਾਂ, ਸਾਡੀ ਬਾਡੀ ਕੈਮੀਕਲਸ ਇੱਦਾਂ ਦੇ ਰਿਲੀਜ਼ ਕਰਦੀ ਹੈ ਤਾਂ ਕਿ ਸਾਡਾ ਜਿਹੜਾ ਸਟ੍ਰੈਸ ਲੈਵਲ ਹੈ ਉਹਨੂੰ ਕੰਟਰੋਲ ਕਰ ਸਕੇ। ਸੋਰਸਿਸ ਆਫ ਸਟ੍ਰੈਸ ਔਰ ਟਾਈਪਸ ਆਫ ਸਟ੍ਰੈਸ। ਫਸਟ ਵਨ ਇਜ਼ ਸਰਵਾਈਵਲ ਸਟ੍ਰੈਸ। ਦਿਸ ਸਟ੍ਰੈਸ ਇਜ਼ ਬੈਸਟ ਡਿਸਕ੍ਰਾਈਬਡ ਬਾਈ ਦਾ ਫਰੇਜ਼ ਫਾਈਟ ਔਰ ਫਲਾਈਟ। ਤੋ ਇਹ ਕਾਮਨ ਹੈ। ਇਹ ਚੀਜ਼ ਆਪਾਂ ਜਦੋਂ ਕੋਈ ਵੀ ਕਿਸੇ ਵੀ ਪ੍ਰੋਬਲਮ ਨੂੰ ਦੇਖਦੇ ਹਾਂ, ਜਾਂ ਤਾਂ ਉਸ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਫਾਈਟ ਕਰੋ, ਮਤਲਬ ਕਿ ਉਸ ਦੇ ਨਾਲ ਲੜੋ, ਜਾਂ ਦੇਖੋ ਕਿ ਤੁਹਾਨੂੰ ਲੱਗਦਾ ਕਿ ਸਿਚੁਏਸ਼ਨ ਇਹ ਖਰਾਬ ਹੈ ਤਾਂ ਵਿੱਚੋਂ ਅਸਕੇਪ ਕਰ ਜਾਓ ਆਪਣੇ ਆਪ ਨੂੰ। ਤੁਹਾਨੂੰ ਲੱਗਦਾ ਕਿ ਚੀਜ਼ ਮੈਂ ਨਹੀਂ ਕਰ ਸਕਦਾ ਜਾਂ ਸਿਚੁਏਸ਼ਨ ਖਰਾਬ ਹੋ ਸਕਦੀ ਹੈ, ਕੋਈ ਲੜਾਈ ਝਗੜੇ ਦਾ ਤੁਹਾਨੂੰ ਡਰ ਹੈ, ਤਾਂ ਵਿੱਚੋਂ ਅਸਕੇਪ ਕਰ ਜਾਓ। ਅਦਰਵਾਈਜ਼ ਜੇ ਤੁਹਾਡਾ ਕੋਈ ਕੰਪੀਟੀਸ਼ਨ ਹੈ ਤਾਂ ਕੰਪੀਟੀਸ਼ਨ ਤੁਹਾਨੂੰ ਫਾਈਟ ਕਰਨਾ ਪਏਗਾ ਸਰਵਾਈਵਲ ਦੇ ਲਈ। ਦੇਖੋ ਹੁਣ ਜੇ ਤੁਹਾਡੀਆਂ ਮਕੈਨੀਕਲ ਦੀਆਂ 20 ਪੋਸਟਾਂ ਨਿਕਲਦੀਆਂ ਨੇ, ਸਾਰੇ ਪੰਜਾਬ ਦੇ ਬੱਚਿਆਂ ਨੇ ਉਹਦੇ ਵਿੱਚ ਅਪਲਾਈ ਕਰਨਾ, ਤਾਂ ਤੁਹਾਨੂੰ ਸਰਵਾਈਵਲ ਸਟ੍ਰੈਸ ਲੈਣਾ ਪਏਗਾ। ਕਿਉਂਕਿ ਜੇ ਤੁਸੀਂ ਉਸ 20 ਬੱਚਿਆਂ ਦੇ ਵਿੱਚ ਆਓਗੇ ਤਾਂ ਤੁਹਾਨੂੰ ਕੋਈ ਗੌਰਮੈਂਟ ਜੌਬ ਮਿਲਣੀ ਆ। ਜੇ ਤੁਸੀਂ ਨੂੰ ਲੱਗਦਾ ਕਿ ਮੈਂ ਇੰਨਾ ਕੰਪੀਟੀਸ਼ਨ ਨਹੀਂ ਕਰ ਸਕਦਾ ਤਾਂ ਵਿੱਚੋਂ ਆਪਦੇ ਆਪ ਨੂੰ escape ਕਰ ਜਾਓ। ਤੇ ਹੋਰ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਉਹਦੇ ਉੱਤੇ ਆਪਣਾ ਟਾਈਮ ਨੂੰ ਜ਼ਿਆਦਾ ਲਗਾਓ। This is common response to danger in all people and animals। Internal stress। This often happens when we worry about things we cannot control। ਕੋਡੇ ਕਈ ਵਾਰੀ ਕੀ ਹੈ, ਹਰ ਇੱਕ ਚੀਜ਼ ਆਪਣੇ ਇਨਸਾਨ ਦੇ ਕੰਟਰੋਲ 'ਚ ਨਹੀਂ ਹੈਗੀ। ਕੁਝ ਚੀਜ਼ਾਂ ਤੁਸੀਂ ਨੇਚਰ ਤੇ ਛੱਡ ਦਿਓ। ਜੇ ਆਪਾਂ ਜ਼ਿਆਦਾ ਸੋਚੀ ਜਾਵਾਂਗੇ, ਵਾਰ-ਵਾਰ ਇੱਕੋ ਹੀ ਗੱਲ ਨੂੰ ਸਾਰਾ ਦਿਨ ਸੋਚੀ ਜਾਵਾਂਗੇ, ਤਾਂ ਉਹਦੇ ਨਾਲ ਕੀ ਹੈ ਕਿ ਸਾਡੇ ਮਾਈਂਡ ਦੇ ਉੱਤੇ ਸਟ੍ਰੈਸ ਪੈਣਾ ਸ਼ੁਰੂ ਹੋ ਜਾਏਗਾ, ਸਾਡੇ ਨਰਵਸ ਸਿਸਟਮ ਦੇ ਉੱਤੇ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਥਰਡ ਕੀ ਹੈ, ਐਨਵਾਇਰਮੈਂਟਲ ਸਟ੍ਰੈਸ। ਦੇਖੋ ਹੁਣ ਸਾਡੇ ਆਲੇ ਦੁਆਲੇ ਸੱਚ ਐਜ਼ ਨੋਇਸ, ਕਰਾਊਡਿੰਗ, ਪ੍ਰੈਸ਼ਰ ਫਰੋਮ ਵਰਕ ਔਰ ਫੈਮਿਲੀ। ਬਹੁਤ ਜ਼ਿਆਦਾ ਆਵਾਜ਼ ਹੈ, ਬਹੁਤ ਜ਼ਿਆਦਾ ਇਕੱਠ ਹੈ, ਜਾਂ ਤੁਹਾਡੇ ਕੋਲ ਕੰਮ ਦਾ, ਜਿੱਥੇ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ, ਤੁਹਾਡੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਜਾਂ ਤੁਹਾਡੇ ਉੱਤੇ ਫੈਮਿਲੀ ਦਾ ਕੋਈ ਪ੍ਰੈਸ਼ਰ ਹੈ, ਕੋਈ ਫੈਮਿਲੀ ਪ੍ਰੋਬਲਮ ਹੈ ਤੁਹਾਡੇ ਉੱਤੇ, ਆਪਣੀ ਫੈਮਿਲੀ ਦੀ ਕੋਈ ਪ੍ਰੋਬਲਮ ਹੈ। ਨੰਬਰ 4 ਇਜ਼ ਫਟੀਗ ਐਂਡ ਓਵਰਵਰਕ। ਫਟੀਗ ਕੀ ਹੈ ਕਿ ਅਸੀਂ ਲੰਬਾ ਟਾਈਮ ਕੰਮ ਕਰਕੇ ਸਾਡੀ ਬਾਡੀ ਥੱਕ ਜਾਂਦੀ ਹੈ। ਤੁਸੀਂ ਵਿੱਚ ਬ੍ਰੇਕ ਲੈਂਦੇ ਰਹੋ, 2-2 ਘੰਟੇ ਬਾਅਦ 5-5, 7-7 ਮਿੰਟ ਦਾ ਜਸਟ ਵਿੱਚ ਬ੍ਰੇਕ ਲੈਂਦੇ ਰਹੋ। ਉਹਦੇ ਨਾਲ ਕੀ ਹੈ, ਤੁਸੀਂ ਲੰਬਾ ਟਾਈਮ ਕੰਮ ਵੀ ਕਰ ਸਕਦੇ ਹੋ। ਜੇ ਤੁਸੀਂ ਬਹੁਤ ਜ਼ਿਆਦਾ ਵੀਕਐਂਡਸ 'ਤੇ ਵੀ ਰੈਸਟ ਨਹੀਂ ਲਾਓਗੇ, ਲਗਾਤਾਰ ਦੇਖੋ ਹੁਣ ਤੁਹਾਡੀ ਜਿਹੜੀ ਏਜ ਹੈ, ਇਸ ਤਰ੍ਹਾਂ ਦੀ ਡਿਪਲੋਮਾ ਕਰ ਰਹੇ ਹੋ, ਤੁਹਾਡੀ 16-17 ਸਾਲ ਦੀ ਉਮਰ ਹੈ, ਹੁਣ ਤੁਸੀਂ ਬਹੁਤ ਜ਼ਿਆਦਾ ਕੰਮ ਕਰ ਸਕਦੇ ਹੋ। ਜੋ ਤੁਹਾਡੀ ਏਜਿੰਗ ਹੋਊਗੀ ਤੁਹਾਨੂੰ ਫਟੀਗ ਮਹਿਸੂਸ ਹੋਣੀ ਸ਼ੁਰੂ ਹੋ ਜਾਊਗੀ, ਤੁਹਾਨੂੰ ਬਾਡੀ ਥੱਕ ਜਾਂਦੀ ਹੈ ਤੁਹਾਡੀ। ਐਂਡ ਓਵਰਵਰਕ, ਤੁਸੀਂ ਇਹ ਨਹੀਂ ਕਿ ਲਗਾਤਾਰ ਓਵਰ ਟਾਈਮ ਲਾਈ ਜਾਣਾ ਇੰਡਸਟਰੀ ਦੇ ਵਿੱਚ। ਜਦੋਂ ਤੁਸੀਂ ਓਵਰ ਟਾਈਮ ਲਾਉਣੇ ਹੋ, ਇਹ ਦੇਖੋ ਕਿ ਮੈਂ ਵੀਕਐਂਡ ਦੇ ਉੱਤੇ 1 ਜਾਂ 2 ਰੈਸਟ ਲੈਣੇ ਨੇ। ਮੇਰੀ ਬਾਡੀ ਨੂੰ ਕੰਪਲੀਟ ਫਿਜ਼ੀਕਲ ਤੇ ਮੈਂਟਲ ਰੈਸਟ ਚਾਹੀਦਾ ਤਾਂ ਕਿ ਮੈਂ ਅਗਲੇ ਹਫਤੇ ਦੇ ਲਈ ਕੰਮ ਲਈ ਤਿਆਰ ਹੋ ਸਕਾਂ।
It can be caused by working too much or too hard at our jobs, college, or home. Different kinds of stress. Number one is acute stress. Acute stress occurs only at very short span of time. ਸਾਨੂੰ ਥੋੜੇ ਚਿਰ ਦੇ ਲਈ ਕਈ ਵਾਰੀ ਬੁਰਾ ਲੱਗਦਾ ਹੈ, ਕੋਈ ਗੁੱਸਾ ਆਉਂਦਾ ਹੈ, ਸਾਨੂੰ ਸਟ੍ਰੈਸ ਹੁੰਦਾ ਹੈ, ਜਿਵੇਂ ਦੈਟ ਇਜ਼ ਫॉर ਸਾਨੂੰ ਗੁੱਸਾ ਆ ਗਿਆ, ਐਂਗਰ ਹੋ ਗਿਆ, ਸਾਨੂੰ ਐਂਜ਼ਾਈਟੀ ਹੋ ਗਈ, ਆਪਾਂ ਜਿਹਨੂੰ ਕਹਿੰਦੇ ਘਬਰਾਹਟ ਹੋਣੀ ਸ਼ੁਰੂ ਹੋ ਗਈ। ਕਈ ਵਾਰੀ ਪੇਪਰਾਂ ਤੋਂ ਪਹਿਲਾਂ ਸਾਨੂੰ ਲੱਗਦਾ ਕਿ ਸਾਨੂੰ ਘਬਰਾਹਟ ਹੋ ਰਹੀ ਹੈ, ਜੇ ਆਪਣੀ ਤਿਆਰੀ ਪੂਰੀ ਨਹੀਂ ਹੁੰਦੀ ਤਾਂ ਆਪਾਂ ਲੱਗਦਾ ਸਾਨੂੰ ਐਂਜ਼ਾਈਟੀ ਹੋ ਰਹੀ ਹੈ, ਇਰੀਟੇਬਿਲਿਟੀ, ਆਪਾਂ ਇਰੀਟੇਟ ਹੁੰਦੇ ਹਾਂ, ਆਪਾਂ ਡਿਪਰੈਸ਼ਨ 'ਚ ਜਾਂਦੇ ਹਾਂ। ਇਹ ਕੀ ਹੈ, ਸਾਰਾ ਕੁਝ ਸ਼ਾਰਟ ਸਪੈਨ ਦੇ ਲਈ ਹੁੰਦਾ। ਜੇ ਐਪੀਸੋਡਿਕ ਸਟ੍ਰੈਸ, ਜੇ acute stress that is suffered too frequently is episodic stress. ਜੇ acute stress ਤੁਹਾਨੂੰ ਬਾਰ-ਬਾਰ ਹੋ ਰਿਹਾ ਹੈ, ਤੁਹਾਨੂੰ ਬਾਰ-ਬਾਰ ਗੁੱਸਾ ਆ ਰਿਹਾ, ਤੁਹਾਨੂੰ ਬਾਰ-ਬਾਰ ਐਂਜ਼ਾਈਟੀ ਹੋ ਰਹੀ ਹੈ, ਤੁਹਾਨੂੰ ਬਾਰ-ਬਾਰ ਇਰੀਟੇਟ ਹੋ ਰਹੇ ਤੁਸੀਂ, ਤਾਂ ਉਹ ਕੀ ਹੈ, ਉਹ ਜਿਹੜਾ acute stress ਹੈ, ਜੋ ਤੁਹਾਨੂੰ ਥੋੜੇ ਸਮੇਂ ਦੇ ਲਈ ਆਇਆ ਸੀਗਾ, ਉਹ ਤੁਹਾਨੂੰ ਬਾਰ-ਬਾਰ ਆਉਣ ਦੇ ਨਾਲ ਉਹਨੂੰ ਆਪਾਂ ਕਹਾਂਗੇ episodic stress. The type of stress is usually seen in people who make unrealistic demands. ਦੇਖੋ ਬੇਟੇ, ਅੱਜ ਦੇ ਟਾਈਮ ਦੇ ਵਿੱਚ ਤੁਸੀਂ ਆਪਾਂ ਸਾਰਾ ਕੁਝ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਦੇਖਿਆ, ਪੈਂਡੇਮਿਕ ਸਿਚੁਏਸ਼ਨ ਸੀ, ਕਰੋਨਾ ਜਿਹੜੀ ਆਪਣੇ ਕੋਲੇ 19, ਇਹਦੇ ਵਿੱਚ ਕੀ ਹੈ ਕਿ ਜਿਹੜੇ ਬੰਦਿਆਂ ਦੀ ਸਿੰਪਲ ਲਾਈਫ ਸੀਗੀ, ਜਿਨ੍ਹਾਂ ਦੀਆਂ ਲਾਈਫ ਦੇ ਵਿੱਚ ਡਿਮਾਂਡਸ ਬਹੁਤ ਜ਼ਿਆਦਾ ਨਹੀਂ ਸੀ, ਕਿਉਂਕਿ ਦੇਖੋ ਜੌਬਸ ਦੀਆਂ ਬਹੁਤ ਜ਼ਿਆਦਾ ਲੇ-ਆਫਸ ਹੋ ਗਈਆਂ, ਕਈ ਬੰਦਿਆਂ ਦੀਆਂ ਨੌਕਰੀਆਂ ਹੀ ਚਲੀਆਂ ਗਈਆਂ, ਕਈ ਬੰਦਿਆਂ ਦੇ ਬਿਜ਼ਨਸ ਤੇ ਕੰਮ ਬੰਦ ਹੋ ਗਏ, ਪਰ ਜਿਨ੍ਹਾਂ ਦੀਆਂ ਡਿਮਾਂਡਸ ਘੱਟ ਸੀ, ਲਾਈਫ ਸਿੰਪਲ ਸੀ, ਅਨਰੀਅਲਿਸਟਿਕ ਡਿਮਾਂਡਸ ਨਹੀਂ ਸੀ ਹੈਗੀਆਂ, ਤਾਂ ਉਹਨਾਂ ਨੇ ਆਪਣੀ ਬਾਡੀ ਨੂੰ ਫਿਜ਼ੀਕਲੀ ਤੇ ਮੈਂਟਲੀ ਦੋਨੋਂ ਪੱਖ ਤੋਂ ਬਚਾ ਕੇ ਰੱਖਿਆ। ਦੇਖੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਅੱਗੇ ਵੀ ਲਾਈਫ ਦੇ ਵਿੱਚ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ, ਹਮੇਸ਼ਾ ਹੀ ਆਪਣੀ ਲਾਈਫ ਨੂੰ ਆਪਣੇ ਰਿਸੋਰਸਸ 'ਚ ਰਹਿ ਕੇ ਸਿੰਪਲ ਰਹੋ ਤੇ ਆਪਣੀ ਸਿਹਤ ਫਿਜ਼ੀਕਲੀ ਤੇ ਮੈਂਟਲੀ, ਇਕੱਲਾ ਫਿਜ਼ੀਕਲੀ ਨਹੀਂ, ਨਾਲ ਮੈਂਟਲੀ ਵੀ ਆਪਣੇ ਆਪ ਨੂੰ ਸਟਰੋਂਗ ਰੱਖੋ ਕਿ ਜੇ ਕੋਈ ਇਦਾਂ ਦੀ ਪੈਂਡੇਮਿਕ ਆ ਜਾਂਦੀ ਹੈ ਜਾਂ ਤੁਹਾਨੂੰ ਕੰਪਨੀ ਦੇ ਵਿੱਚ ਜੌਬ ਲੇ ਆਫ ਹੋ ਜਾਂਦੀ ਹੈ, ਤੁਹਾਨੂੰ ਜੌਬ ਚੇਂਜ ਕਰਨੀ ਪੈਂਦੀ ਹੈ, ਤਾਂ ਤੁਸੀਂ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਐਕਲੇਮੇਟਾਈਜ਼ ਕਰਨਾ ਤੁਸੀਂ। ਨੈਕਸਟ ਇਜ਼ chronic stress. This type of stress is brought about long term exposure to stress. ਕਿ ਲਗਾਤਾਰ ਆਪਾਂ ਸਟ੍ਰੈਸ ਦੇ ਵਿੱਚ ਚੱਲਦੇ ਰਵਾਂਗੇ, ਕਈ ਸਾਲ ਲਗਾਤਾਰ ਚੱਲਦੇ ਰਵਾਂਗੇ, ਤਾਂ ਉਹਨੂੰ ਆਪਾਂ ਕੀ ਹੈ ਕਿ ਕ੍ਰੋਨਿਕ ਸਟ੍ਰੈਸ ਕਵਾਂਗੇ। ਇਹ 'ਚ ਆਪਾਂ ਕਿ ਯੂਜ਼ਲੀ ਅਨਹੈਪੀ ਮੈਰਿਜ ਲਾਈਫ ਹੈ ਤੁਹਾਡੀ, ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਲਾਈਫ ਠੀਕ ਨਹੀਂ ਹੈਗੀ। ਸੈਕੰਡ, ਅਨਵਾਂਟਡ ਜੌਬ, ਜਿਹੜੀ ਨੌਕਰੀ ਤੁਸੀਂ ਕਰਨੀ ਚਾਹੁੰਦੇ ਤੁਹਾਨੂੰ ਨੌਕਰੀ ਨਹੀਂ ਮਿਲੀ, ਜਿਸ ਟਾਈਮ ਤੁਸੀਂ ਕੰਮ ਕਰ ਰਹੇ ਤੁਹਾਨੂੰ ਕੰਮ ਨਹੀਂ ਮਿਲਿਆ, ਤੁਸੀਂ ਆਪਣੀ ਜੌਬ ਸੈਟਿਸਫਾਈ ਨਹੀਂ ਹੈਗੇ। ਕੀ ਹੈ, ਸਟ੍ਰੈਸ ਆਫ ਪਾਵਰਟੀ, ਕਈ ਵਾਰੀ ਕੀ ਹੈ ਤੁਹਾਡੇ ਕੋਲ ਸਾਧਨ ਹੀ ਨਹੀਂ ਹੁੰਦੇ ਘਰ ਦੇ ਵਿੱਚ, ਹੁਣ ਕਈ ਵਾਰੀ ਰਿਸੋਰਸਿਸ ਨਹੀਂ ਹੁੰਦੇ, ਤੁਸੀਂ ਡਿਗਰੀ ਕਰਨੀ ਚਾਹੁੰਦੇ ਹੋ, ਅੱਗੇ ਫਰਦਰ ਐਮਟੈਕ ਕਰਨਾ ਚਾਹੁੰਦੇ ਹੋ, ਤਾਂ ਘਰ ਦੇ ਵਿੱਚ ਕਈ ਵਾਰੀ ਇਹਦੇ ਸਾਧਨ ਨਹੀਂ ਹੁੰਦੇ, ਤੁਸੀਂ ਉਹਦਾ ਸਟ੍ਰੈਸ ਲੈਣਾ ਸ਼ੁਰੂ ਕਰ ਦਿੰਦੇ ਹੋ। ਉਸ ਦੀ ਤੁਸੀਂ ਸਟ੍ਰੈਸ ਵਾਲੀ ਥਾਂ ਦੇ ਉੱਤੇ ਆਪਣਾ ਐਜੂਕੇਸ਼ਨ ਲਓ, ਬੈਂਕ ਤੋਂ ਲੋਨ ਲਓ, ਬੈਂਕ ਤੋਂ ਲੋਨ ਲੈ ਕੇ ਆਪਣਾ ਪੜ੍ਹੋ, ਜਾਂ ਕੋਈ ਇਲਨੈਸ ਹੈ ਕਿ ਘਰ ਦੇ ਵਿੱਚ ਕੋਈ ਬਿਮਾਰੀ ਇਦਾਂ ਦੀ ਆ ਗਈ, ਤੁਹਾਡੀ ਸਿਹਤ ਨਹੀਂ ਠੀਕ ਹੈਗੀ, ਤੁਹਾਡੇ ਪਰਿਵਾਰ ਦਾ ਕੋਈ ਬਹੁਤਾ ਬਿਮਾਰ ਹੋ ਗਿਆ, ਉਹਦਾ ਤੁਸੀਂ ਲੰਬਾ ਟਾਈਮ ਇੱਕ ਸਟ੍ਰੈਸ ਦੇ ਵਿੱਚੋਂ ਗੁਜ਼ਰਦੇ ਹੋ, ਉਹਨੂੰ ਆਪਾਂ ਕਹਿੰਦੇ ਕਿ ਕ੍ਰੋਨਿਕ ਸਟ੍ਰੈਸ। ਕ੍ਰੋਨਿਕ ਸਟ੍ਰੈਸ ਉਹ ਸਟ੍ਰੈਸ ਹੈ ਕਿ ਜਦੋਂ ਲੰਬਾ ਟਾਈਮ ਆਪਾਂ ਇੱਕ ਸਟ੍ਰੈਸ ਦੇ ਵਿੱਚੋਂ ਗੁਜ਼ਰਦੇ ਹਾਂ, ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਲਾਈਫ ਫਿਜ਼ੀਕਲੀ ਤੇ ਮੈਂਟਲੀ ਦੋਨੋਂ ਸਾਈਡ ਤੋਂ ਹੀ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਕਈ ਤਰ੍ਹਾਂ, ਜਿਵੇਂ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਤੁਹਾਡੇ ਮਸਲਸ ਦੀ ਟਾਈਟਨੈਸ ਹੈ, ਤੁਸੀਂ ਰਾਤ ਨੂੰ ਨੀਂਦ ਨਾ ਆਉਣਾ, ਇਦਾਂ ਤੁਹਾਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਟੈਕਨੀਕਸ ਟੂ ਮੈਨੇਜ ਸਟ੍ਰੈਸ, ਕਿ ਕਿਹੜੇ ਆਪਾਂ ਟੈਕਨੀਕਸ ਵਰਤਦੇ। ਨੰਬਰ 1, ਰੋਲ ਕਲੈਰੀਫਿਕੇਸ਼ਨ ਐਟ ਵਰਕ ਪਲੇਸ। ਦੇਖੋ ਵਰਕ ਪਲੇਸ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਰੋਲ ਕੀ ਹੈ, ਮੇਰਾ ਕੰਮ ਕੀ ਹੈ। ਜੇ ਤੁਸੀਂ ਟੈਕਨੀਸ਼ੀਅਨ ਕੰਮ ਕਰ ਰਹੇ ਹੋ ਤਾਂ ਤੁਸੀਂ ਜੇ ਐਜ਼ ਅ ਸਕਿਲਡ ਮੈਨ ਪਾਵਰ ਕੰਮ ਕਰ ਰਹੇ ਹੋ, ਤੁਸੀਂ ਇਕੱਲਾ ਮਸ਼ੀਨ ਉੱਤੇ ਕੰਮ ਕਰਨਾ ਹੈ ਕਿ ਤੁਸੀਂ ਮਟੀਰੀਅਲ ਵੀ ਸਟੋਰ ਚੋਂ ਨਾਲ ਇਸ਼ੂ ਕਰਾ ਕੇ ਲੈ ਕੇ ਆਉਣਾ। ਜਿਹੜਾ ਵੀ ਤੁਹਾਡਾ ਰੋਲ ਹੈ ਤੁਹਾਨੂੰ ਪ੍ਰੋਪਰ ਕਲੈਰੀਫਾਈ ਹੋਣੀ ਚਾਹੀਦੀ, ਡਿਪਾਰਟਮੈਂਟ ਵਾਈਜ਼ ਤੁਹਾਨੂੰ ਪਤਾ ਹੋਣਾ ਚਾਹੀਦਾ। ਟਾਈਮ ਮੈਨੇਜਮੈਂਟ, ਇਹ ਆਪਾਂ ਆਲਰੇਡੀ ਕਰ ਚੁੱਕੇ ਆ ਕਿ ਆਪਣਾ ਇੱਕ ਵੀਕਲੀ, ਆਪਣਾ ਇੱਕ ਮੰਥਲੀ ਕੈਲੰਡਰ ਤਿਆਰ ਕਰੋ। ਇਹਦੇ ਵਿੱਚ ਤੁਹਾਨੂੰ ਪਤਾ ਹੋਵੇ ਤੁਹਾਡੀ ਡੇਲੀ ਰੂਟੀਨ ਕੀ ਹੈ, ਤੁਸੀਂ ਵੀਕਐਂਡਸ ਦੇ ਉੱਤੇ ਕੀ ਕਰਨਾ ਹੈ, ਤੁਸੀਂ ਇੱਕ ਮਹੀਨੇ ਦੇ ਵਿੱਚ ਕੀ ਕਰਨਾ ਹੈ, ਤੁਸੀਂ ਐਕਸਟਰਾ ਐਕਟੀਵਿਟੀਜ਼ ਕਿਹੜੀਆਂ ਕਰਨੀਆਂ ਨੇ। ਡੈਲੀਗੇਸ਼ਨ ਆਫ ਅਥਾਰਟੀ ਐਂਡ ਰਿਸਪੌਂਸਿਬਿਲਿਟੀ, ਦੇਖੋ ਜੇ ਤੁਸੀਂ ਇੰਡਸਟਰੀ ਦੇ ਵਿੱਚ ਐਜ਼ ਅ ਇੰਜੀਨੀਅਰ ਕੰਮ ਕਰ ਰਹੇ ਹੋ ਤਾਂ ਸਾਰਾ ਕੰਮ ਤੁਸੀਂ ਆਪ ਨਹੀਂ ਕਰ ਸਕਦੇ, ਕੁਛ ਤੁਹਾਨੂੰ ਪਾਵਰਸ ਡੈਲੀਗੇਟ ਕਰਨੀਆਂ ਪੈਣਗੀਆਂ ਤੇ ਜਿਹੜੀਆਂ ਰਿਸਪੌਂਸਿਬਿਲਿਟੀ ਸਾਡੇ ਵਰਕਰਸ ਦੇ ਉੱਤੇ ਪਾਉਣੀਆਂ ਪੈਣਗੀਆਂ, ਤੁਸੀਂ ਸਿਰਫ ਚੈੱਕ ਰੱਖਣਾ ਹੈ। ਤੇ ਜੇ ਸਾਰਾ ਕੰਮ ਤੁਸੀਂ ਅਥਾਰਟੀ ਆਪ ਦੇ ਕੋਲ ਰੱਖੋਗੇ, ਰਿਸਪੌਂਸਿਬਿਲਿਟੀ ਵੀ ਆਪ ਚੱਕੋਗੇ, ਤੁਸੀਂ ਸਾਰਾ ਕੰਮ ਨਹੀਂ ਕਰ ਸਕਦੇ।
ਕੁਝ ਆਪਣੀਆਂ ਜਿਹੜੀਆਂ ਪਾਵਰਸ ਨੇ ਡੈਲੀਗੇਸ਼ਨ ਆਫ ਅਥਾਰਟੀ ਐਂਡ ਰਿਸਪੌਂਸਿਬਿਲਿਟੀ, ਕੁਝ ਅਥਾਰਟੀ ਥੱਲੇ ਦੇ ਦਿਓ, ਆਪਣੇ ਸੁਪਰਵਾਈਜ਼ਰ ਨੂੰ ਦੇ ਦਿਓ, ਤੇ ਸਾਰੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਨੇ ਉਹ ਵਰਕਰਸ ਦੇ ਉੱਤੇ ਫਿਕਸ ਕਰ ਦਿਓ। ਕੋਆਪਰੇਟਿਵ ਵਰਕ ਸਟ੍ਰੈਟਜੀਜ਼, ਦੇਖੋ ਰਲ ਮਿਲ ਕੇ ਚੱਲੋ ਐਜ਼ ਅ ਟੀਮ ਵਰਕ। ਪਹਿਲਾਂ ਐਕਸਪਲੇਨ ਕਰਾਂਗੇ ਕਿ ਟੀਮ ਵਰਕ ਤੁਸੀਂ ਐਜ਼ ਅ ਇੰਡਸਟਰੀ ਦੇ ਵਿੱਚ ਐਜ਼ ਅ ਟੀਮ ਵਰਕ, ਤੁਹਾਡਾ ਗਰੁੱਪ ਦੇ ਵਿੱਚ ਬਿਹੇਵੀਅਰ ਕੀ ਹੈ, ਤੁਸੀਂ ਟੀਮ ਦੇ ਵਿੱਚ ਕਿਸ ਤਰ੍ਹਾਂ, ਤੁਸੀਂ ਟੀਮ ਦੇ ਵਿੱਚ ਲੀਡਰ ਕਿਸ ਤਰ੍ਹਾਂ ਦੇ ਹੋ, ਤੁਸੀਂ ਕਿਸ ਤਰ੍ਹਾਂ ਉਹਨਾਂ ਤੋਂ ਕੰਮ ਲੈ ਰਹੇ ਹੋ। ਡਿਪਾਰਚਰ ਫਰੋਮ ਜੌਬ, ਤੁਹਾਨੂੰ ਪਤਾ ਹੋਵੇ ਜੇ ਮੈਂ 9 ਵਜੇ ਇੰਡਸਟਰੀ ਦੇ ਵਿੱਚ ਗਿਆ 5:30 ਵਜੇ ਮੈਨੂੰ ਛੁੱਟੀ ਹੋ ਜਾਣੀ ਹੈ। ਇਸ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਹੀਂ ਕਿ ਆ ਤੁਸੀਂ 9 ਵਜੇ ਆ ਰਹੇ ਹੋ, 10 ਵਜੇ ਆ ਰਹੇ ਹੋ ਤੁਸੀਂ। ਰਿਡਿਊਸਡ ਪਰਫੈਕਸ਼ਨਿਜ਼ਮ, ਜੇ ਤੁਹਾਨੂੰ ਲਗਾਤਾਰ ਸਟ੍ਰੈਸ ਰਹੇਗਾ ਤਾਂ ਤੁਹਾਡਾ ਜਿਹੜਾ ਪਰਫੈਕਸ਼ਨਿਜ਼ਮ ਹੈ, ਜੌਬ ਦਾ ਤੁਹਾਡਾ ਸਕਿੱਲ ਹੈ, ਉਹ ਰਿਡਿਊਸ ਹੋਏਗਾ। ਇਨਕਰੀਜ਼ਡ ਸੋਸ਼ਲ ਸਪੋਰਟ, ਜਦੋਂ ਬੰਦੇ ਨੂੰ ਕੋਈ ਸਟ੍ਰੈਸ ਹੈ ਤਾਂ ਉਹਨੂੰ ਸੋਸ਼ਲੀ ਜ਼ਿਆਦਾ ਘਰ ਦੇ ਵਿੱਚ ਸਪੋਰਟ ਦੀ ਲੋੜ। ਤੁਹਾਡੇ ਦੋਸਤ ਹੈ, ਤੁਹਾਨੂੰ ਲੱਗ ਰਿਹਾ ਕਿ ਇਹ ਬੰਦਾ ਠੀਕ ਨਹੀਂ ਮਹਿਸੂਸ ਕਰ ਰਿਹਾ, ਇਹਨੂੰ ਕੋਈ ਘਰ ਦੀ ਪ੍ਰੋਬਲਮ ਹੈ, ਉਹਦੇ ਨਾਲ ਡਿਸਕਸ ਕਰੋ, ਉਹਨੂੰ ਪੁੱਛੋ ਜੇ ਕਿ ਉਹਦਾ ਹੱਲ ਨਿਕਲ ਸਕਦਾ ਹੈ, ਉਹਨੂੰ ਸਾਰੀ ਗੱਲ ਨੂੰ ਸਮਝਾਓ। ਉਹਨੂੰ ਸੋਸ਼ਲ ਸਪੋਰਟ, ਸਮਾਜ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਜਿਸ ਤਰ੍ਹਾਂ ਆਪਣੇ ਤੁਹਾਡਾ ਕੋਈ ਦੋਸਤ ਹੈ, ਉਹਨੂੰ ਘਰ ਦੇ ਵਿੱਚ ਉਹਦੇ ਘਰਦਿਆਂ ਨੂੰ ਦੱਸੋ ਕਿ ਜੀ ਇਹ ਸਟ੍ਰੈਸਡ ਫੀਲ ਕਰ ਰਿਹਾ ਹੈ, ਇਹ ਗੱਲ ਤੁਸੀਂ ਇਹਨੂੰ ਦੁਬਾਰਾ ਨਾ ਕਹੋ। ਇਨਕਰੀਜ਼ ਟੋਲਰੈਂਸ ਔਰ ਪੇਸ਼ੈਂਸ, ਆਪਣਾ ਪੇਸ਼ੈਂਸ ਤੇ ਟੋਲਰੈਂਸ ਨੂੰ ਇਨਕਰੀਜ਼ ਕਰੋ। ਜੇ ਤੁਹਾਨੂੰ ਕੋਈ ਬੰਦਾ ਗੱਲ ਕਹਿੰਦਾ, ਜਿਸ ਤਰ੍ਹਾਂ ਆਪਾਂ ਕੀਤਾ ਸਿਚੁਏਸ਼ਨ, ਤੁਸੀਂ ਐਸਕੇਪ ਕਰ ਦਿਓ, ਤੁਸੀਂ ਕਹਿ ਦਿਓ ਕਿ ਮੈਂ ਇਹਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ, ਮੈਂ ਆਪਣਾ ਮਨ ਦੀ ਸ਼ਾਂਤੀ ਨੂੰ ਖਰਾਬ ਨਹੀਂ ਕਰਨਾ। ਹੈਲਥ ਮੇਨਟੇਨੈਂਸ, ਦੇਖੋ ਹੈਲਥ ਕੀ ਹੈ, ਫਿਜ਼ੀਕਲ ਤੇ ਮੈਂਟਲ ਹੈਲਥ, ਦੋਨੋਂ ਹੈਲਥ ਦੀ ਤਾਂ ਆਪਾਂ ਇੱਥੇ ਗੱਲ ਕਰ ਰਹੇ ਹਾਂ। ਆਲਟਰ ਦਾ ਸਿਚੁਏਸ਼ਨ ਨੂੰ ਚੇਂਜ ਕਰ ਦਿਓ। ਜੇ ਤੁਹਾਡੇ ਨਾਲ ਕੋਈ ਬੰਦਾ ਗੱਲ ਕਰ ਰਿਹਾ, ਉਸ ਗੱਲ ਨੂੰ ਤੁਸੀਂ ਟੌਪਿਕ ਨਵਾਂ ਸ਼ੁਰੂ ਕਰ ਲਓ। ਰਿਲੈਕਸੇਸ਼ਨ ਟੈਕਨੀਕਸ, ਜਿਸ ਤਰ੍ਹਾਂ ਤੁਹਾਡੇ ਕੋਲ ਤੁਸੀਂ 2 ਘੰਟੇ ਕੰਮ ਕੀਤਾ, ਫਿਰ 5 ਮਿੰਟ ਲਈ ਤੁਸੀਂ ਆਪਣੀ ਮੈਡੀਟੇਸ਼ਨ ਕਰ ਲਓ, ਥੋੜਾ ਜਿਹਾ ਇੱਕ ਚੱਕਰ ਲਾਇਓ, ਕੋਈ ਚਾਹ ਦਾ ਕੱਪ ਪੀ ਲਓ, ਕੋਈ ਥੋੜਾ ਜਿਹਾ ਬਹਿ ਕੇ ਲੈਂਡਸਕੇਪਿੰਗ ਦੇਖ ਲਓ, ਤਾਂ ਕਿ ਤੁਹਾਡਾ ਥੋੜਾ ਜਿਹਾ ਕੀ ਹੈ ਮਾਈਂਡ ਸੈਟ ਹੈ ਜਿਹੜਾ ਉਹ ਚੇਂਜ ਹੋ ਜੇ। ਐਕਸਪੈਕਟ ਦਾ ਥਿੰਗਸ ਯੂ ਕੈਨੋਟ ਚੇਂਜ, ਦੇਖੋ ਲਾਈਫ 'ਚ ਬੇਟੇ ਹਰ ਇੱਕ ਚੀਜ਼ ਤੁਹਾਡੇ ਵੱਸ ਦੇ ਵਿੱਚ ਨਹੀਂ ਹੈਗੀ। ਨੇਚਰ ਨੇ ਜੋ ਕੁਝ ਤੁਹਾਡੇ ਲਈ ਕੀਤਾ, ਉਹ ਥਿੰਗਸ ਨੂੰ ਤੁਸੀਂ ਐਜ਼ ਇਟ ਇਜ਼ ਐਕਸੈਪਟ ਕਰ ਲਓ। ਜੋ ਕੁਝ ਤੁਹਾਡੇ ਨਾਲ ਨੇਚਰ ਕਰ ਰਹੀ ਹੈ, ਉਹ ਸੋਚੋ ਕਿ ਮੇਰੇ ਲਈ ਵਧੀਆ ਕਰ ਰਹੀ ਹੈ ਤੇ ਮੇਰੇ ਭਲੇ ਦੇ ਲਈ ਕਰ ਰਹੀ ਹੈ। ਇਮੋਸ਼ਨਸ ਮੀਨਸ ਜਿਹੜੀਆਂ ਤੁਹਾਡੀਆਂ ਇਮੋਸ਼ਨਸ ਨੇ। ਦੇਖੋ ਕਈ ਵਾਰੀ ਸਾਡੀ ਲਾਈਫ ਦੇ ਵਿੱਚ ਕਿਸੇ ਗੱਲ ਦੇ ਉੱਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ, ਕਈ ਵਾਰੀ ਕਿਸੇ ਗੱਲ ਤੇ ਸਾਨੂੰ ਬਹੁਤ ਜ਼ਿਆਦਾ ਤੁਸੀਂ ਦੁਖੀ ਹੁੰਦੇ ਹੋ, ਕਈ ਵਾਰ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਇਹ ਕਿ ਤੁਹਾਡਾ ਮਾਈਂਡ ਬਾਰ-ਬਾਰ ਚੇਂਜ ਹੁੰਦਾ ਰਹਿੰਦਾ। ਆਪਾਂ ਕਹੇ ਇਮੋਸ਼ਨਸ ਕੈਨੋਟ ਬੀ ਪਰਮਾਨੈਂਟ, ਦੈਟ ਇਜ਼ ਵਾਈ ਦੇ ਆਰ ਕਾਲਡ ਐਜ਼ ਇਮੋਸ਼ਨਸ। ਆਪਾਂ ਇਹਨੂੰ ਤਾਂ ਹੀ ਇਮੋਸ਼ਨਸ ਕਹਿੰਦੇ ਆ ਕਿ ਇਹ ਪਰਮਾਨੈਂਟ ਨਹੀਂ ਹੁੰਦੀਆਂ, ਇਹ ਚੇਂਜ ਹੁੰਦੀਆਂ ਰਹਿੰਦੀਆਂ ਨੇ। ਦ ਵਰਡ ਕੇਮਸ ਫਰੋਮ ਮੋਸ਼ਨ, ਮੂਵਮੈਂਟ, ਦੇ ਕੇਮ ਹੈਂਸ ਦੇ ਆਰ ਇਮੋਸ਼ਨਸ। ਜਿਸ ਤਰ੍ਹਾਂ ਆਪਣੀ ਇਮੋਸ਼ਨ ਹੈ, ਆਪਣੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਇਹਨੂੰ ਫॉर वन टू एन अदर यू ਕੰਟੀਨਿਊਸਲੀ ਚੇਂਜ, ਦੇਖੋ ਇੱਕ ਬੰਦੇ ਤੋਂ ਲੈ ਕੇ ਦੂਜੇ ਬੰਦੇ ਤੁਸੀਂ ਲਗਾਤਾਰ ਤੁਹਾਡੀ ਆਪਸ ਦੇ ਵਿੱਚ ਤੁਹਾਡੀਆਂ ਇਮੋਸ਼ਨਸ ਚੇਂਜ ਹੁੰਦੀਆਂ ਰਹਿੰਦੀਆਂ ਨੇ। ਦਿਸ ਮੂਮੈਂਟ ਯੂ ਆਰ ਸੈਡ, ਦੇਖੋ ਇੱਕ ਪਲ ਤੁਸੀਂ ਦੁਖੀ ਹੋ, ਦੈਟ ਮੂਮੈਂਟ ਯੂ ਆਰ ਹੈਪੀ, ਤੁਸੀਂ ਖੁਸ਼ ਹੋ ਗਏ। ਦਿਸ ਮੂਮੈਂਟ ਯੂ ਆਰ ਐਂਗਰੀ, ਗੁੱਸਾ ਆ ਗਿਆ। ਦੈਟ ਮੂਮੈਂਟ ਯੂ ਆਰ ਕੰਪੈਸ਼ਨੇਟ, ਤੂੰ ਕਿਸੇ ਤੇ ਤਰਸ ਆ ਗਿਆ। ਹੁਣ ਇਹ ਸਾਡਾ ਇੱਕ ਮਨੁੱਖੀ ਸੁਭਾਅ ਹੈ ਕਿ ਸਾਨੂੰ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ। ਸਾਡਾ ਥੋੜਾ ਜਿਹਾ ਵੀ ਲਾਸ ਹੋ ਜਾਂਦਾ ਅਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ। ਕਈ ਵਾਰ ਕੀ ਹੈ ਆਪਾਂ ਕਿਸੇ ਨਾਲ ਜੈਲਸੀ ਕਰੀ ਜਾਂਦੇ ਹਾਂ, ਉਹਦੇ ਨਾਲ ਕੀ ਹੈ ਉਹਨੂੰ ਕਿਉਂ ਮਿਲਿਆ, ਪਹਿਲਾਂ ਤਾਂ ਦੇਖੋ ਕਿ ਉਸ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਉਹਨੂੰ ਮਿਲਿਆ। ਤੁਸੀਂ ਵੀ ਆਪਦੇ ਨਾਲ ਹੈਲਦੀ ਕੰਪੀਟੀਸ਼ਨ ਕਰੋ, ਨਾ ਕਿ ਤੁਸੀਂ ਉਹਦੀਆਂ ਫੀਲਿੰਗਸ ਨੂੰ ਆਪਣੇ ਅੰਦਰ ਨੈਗੇਟਿਵ ਦੇ ਤੌਰ ਦੇ ਉੱਤੇ ਲੈ ਕੇ ਆਓ। ਲਿਸਟ ਆਫ ਇਮੋਸ਼ਨਸ, ਨੰਬਰ 1 ਫੀਅਰ, ਤੁਹਾਨੂੰ ਡਰ ਹੈ, ਐਂਗਰ ਹੈ, ਗੁੱਸਾ ਹੈ, ਗਿਲਟ ਹੈ, ਤੁਹਾਨੂੰ ਦੋਸ਼ ਲੱਗਦਾ ਕੋਈ, ਡਿਪਰੈਸ਼ਨ ਹੈ, ਤੁਹਾਡਾ ਮਾਈਂਡ ਹੈ ਜਿਹੜਾ, ਪ੍ਰਾਈਡ ਹੈ, ਐਂਜ਼ਾਈਟੀ ਹੈ, ਫਰਸਟ੍ਰੇਸ਼ਨ ਹੈ, ਸ਼ੇਮ ਹੈ, ਲਵ ਹੈ, ਐਪਰੀਸ਼ੀਏਸ਼ਨ ਹੈ, ਹੈਪੀਨੈਸ ਹੈ, ਐਂਥੂਆਜ਼ਮ ਹੈ, ਕੌਨਫੀਡੈਂਸ ਹੈ, ਰਿਗਰੈਟਸ ਨੇ, ਆਪਟੀਮਿਸਟਿਕ ਹੈ, ਐਪਰੀਸ਼ੀਏਟਿਵ ਹੈ, ਅਸ਼ੇਮਡ ਹੈ, ਐਸਟੋਨਿਸ਼ਡ ਹੈ। ਇਹ ਆਪਣੇ ਕੋਲੇ ਲਿਸਟ ਹੈ ਇਮੋਸ਼ਨਸ ਦੀ ਕਿ ਜਿਹੜੀਆਂ ਬਾਰ-ਬਾਰ ਸਾਡੀਆਂ ਮਾਈਂਡ ਦੀ ਜਿਹੜੀ ਸਟੇਜ ਹੈ ਉਹ ਜਿਹੜੀ ਚੇਂਜ ਹੁੰਦੀ ਰਹਿੰਦੀ ਹੈ। ਅੱਗੇ ਟੈਕਨੀਕਸ ਫॉर ਮੈਨੇਜਿੰਗ ਇਮੋਸ਼ਨਸ। ਕਈ ਬੰਦੇ ਦੇਖੋ ਇਮੋਸ਼ਨਲੀ ਬੜੇ ਸਟਰੋਂਗ ਹੁੰਦੇ ਨੇ, ਕਈ ਆਪਾਂ ਕਹਿ ਦਿੰਦੇ ਹਾਂ ਇਮੋਸ਼ਨਲੀ ਵੀਕ ਹੁੰਦੇ ਨੇ, ਥੋੜੀ ਜਿਹੀ ਵੀ ਕੋਈ ਹੁੰਦੀ ਹੈ ਨਾਲ ਦੇ ਰੋਣਾ ਸ਼ੁਰੂ ਕਰ ਦਿੰਦੇ ਨੇ। ਕਈ ਬੰਦੇ ਇੰਨੇ ਜ਼ਿਆਦਾ ਸਟਰੋਂਗ ਹੁੰਦੇ ਨੇ, ਘਰ ਵਿੱਚ ਜਿਸ ਨਾਲ ਮਰਜ਼ੀ ਪ੍ਰੋਬਲਮ ਹੋਵੇ ਉਹ ਉਹਨੂੰ ਬੜੀ ਟਫਨੈਸ ਦੇ ਨਾਲ ਡੀਲ ਕਰਦੇ ਨੇ। ਫਸਟ ਕੀ ਹੈ, ਯੂਜ਼ ਹਿਊਮਰ, ਤੁਸੀਂ ਪਿਆਰ ਦੇ ਨਾਲ ਦੇਖੋ। ਘਰ ਦੇ ਵਿੱਚ ਵੀ ਤੁਹਾਡਾ ਕੋਈ ਭੈਣ ਭਰਾ ਹੈ,
ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਆਪਣੇ ਮਦਰ ਫਾਦਰ ਨਾਲ ਡਿਸਕਸ ਕਰੋ, ਸਾਰੀ ਗੱਲ ਉਹਨਾਂ ਨੂੰ ਦੱਸੋ। ਉਹ ਤੁਹਾਨੂੰ ਆਟੋਮੈਟਿਕਲੀ, ਕਿਉਂਕਿ ਉਹਨਾਂ ਦਾ ਲਾਈਫ ਦਾ ਐਕਸਪੀਰੀਅੰਸ ਹੈ, ਉਹ ਤੁਹਾਨੂੰ ਪਿਆਰ ਦੇ ਨਾਲ ਉਹਦਾ ਕੋਈ ਨਾ ਕੋਈ ਸੋਲੂਸ਼ਨ ਕੱਢ ਕੇ ਦੇਣਗੇ। ਯੂ ਹੈਵ ਹਰਡ ਦੈਟ ਹਿਊਮਰ ਇਜ਼ ਦਾ ਬੈਸਟ ਮੈਡੀਸਨ। ਦੇਖੋ ਜੇ ਤੁਹਾਡਾ ਵੀ ਕੋਈ ਦੋਸਤ ਹੈ, ਤੁਸੀਂ ਉਹਨੂੰ ਪਿਆਰ ਨਾਲ ਸਮਝਾਓਗੇ। ਜਦੋਂ ਪਿਆਰ ਨਾਲ ਆਪਾਂ ਕਿਸੇ ਬੰਦੇ ਨੂੰ ਸਮਝਾਉਂਦੇ ਹਾਂ, ਸਾਨੂੰ ਇੱਕ ਤਰ੍ਹਾਂ ਦੀ ਇਹ ਮੈਡੀਸਨ ਨਹੀਂ ਹੈ। ਤੁਹਾਨੂੰ ਲੱਗਦਾ ਕਿ ਤੁਹਾਨੂੰ ਪ੍ਰੋਬਲਮ ਹੈ ਕੋਈ ਕਾਲਜ ਦੇ ਵਿੱਚ, ਆਪਣੇ ਟੀਚਰਸ ਨਾਲ ਗੱਲ ਕਰੋ, ਘਰ ਜਾ ਕੇ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੋ, ਤੁਹਾਨੂੰ ਪ੍ਰੋਪਰਲੀ ਉਸ ਦਾ ਕੋਈ ਨਾ ਕੋਈ ਸੋਲੂਸ਼ਨ ਦੇਣਗੇ। ਰੀਡਾਇਰੈਕਟ ਯੂਰ ਇਮੋਸ਼ਨਲ એનર્ਜੀ ਇਨਟੂ ਸਮ ਯੂਸਫੁਲ ਵਰਕ। ਤੁਹਾਡੀ ਜਿਹੜੀ ਇਮੋਸ਼ਨਲ એનર્ਜੀ ਹੈ, ਲਗਾਤਾਰ ਆਪਣੇ ਆਪ ਨੂੰ ਕਿਸੇ ਕੰਮ ਦੇ ਵਿੱਚ ਬਿਜ਼ੀ ਰੱਖੋ। ਕਿ ਅੱਛਾ ਅਖਬਾਰ ਪੜ੍ਹੋ, ਅੱਛਾ ਟੀਵੀ ਚੈਨਲ ਦੇਖੋ, ਤੇ ਜਿਹੜਾ ਤੁਸੀਂ ਸਿਲੇਬਸ ਆਪਣੀ ਬੁੱਕਸ ਦੇ ਵਿੱਚ ਪੜ੍ਹਿਆ ਹੈ, ਫਿਰ ਤੁਸੀਂ YouTube ਤੇ ਜਾ ਕੇ ਉਹਨੂੰ ਦੁਬਾਰਾ ਦੇਖੋ, ਤਾਂ ਕਿ ਤੁਹਾਨੂੰ ਕੋਈ ਅੱਛੀਆਂ ਨਵੀਆਂ ਟਿਪਸ ਮਿਲ ਸਕਣ। ਸ਼ਾਮ ਨੂੰ ਘੰਟਾ ਡੇਢ ਘੰਟਾ ਕੋਈ ਗੇਮ ਲਾ ਕੇ ਆਓ, ਤਾਂ ਕਿ ਤੁਹਾਡੀ ਜਿਹੜੀ ਫਿਜ਼ੀਕਲ ਮੂਵਮੈਂਟ ਵੀ ਕੰਪਲੀਟ ਹੋਵੇ। ਆਪਣਾ ਯੋਗਾ ਕਰੋ, ਮੈਡੀਟੇਸ਼ਨ ਕਰੋ, ਤਾਂ ਕਿ ਤੁਹਾਡਾ ਮਾਈਂਡ ਵੀ ਸਟਰੋਂਗ ਹੋਵੇ। ਟੇਕ ਟਾਈਮ ਆਊਟ। ਜੋ ਕੁਛ ਕੀ ਹੈ ਕਿ ਤੁਹਾਨੂੰ ਆਪਣੇ ਲਈ ਕੁਛ ਰਿਲੈਕਸੇਸ਼ਨ ਦੇ ਲਈ, ਜਿਸ ਤਰ੍ਹਾਂ ਘੰਟਾ 2 ਘੰਟੇ ਦੇ ਲੋਕ ਲਗਾਤਾਰ ਕੰਮ ਕਰਨ ਤੋਂ ਬਾਅਦ 2-4 ਮਿੰਟ ਦੇ ਲਈ ਆਪਣਾ ਥੋੜਾ ਜਿਹਾ ਰਿਲੈਕਸ ਕਰ ਲਓ ਆਪਣੀ ਬਾਡੀ ਨੂੰ। ਯੂਜ਼ ਰਿਲੈਕਸੇਸ਼ਨ ਟੈਕਨੀਕਸ ਫॉर ਟੇਕਿੰਗ ਅ ਬ੍ਰੇਕ। ਤੁਸੀਂ ਬਰੀਥਿੰਗ ਐਕਸਰਸਾਈਜ਼ ਕਰ ਲਓ 2 ਮਿੰਟ ਦੇ ਲਈ, ਆਪਣੇ ਪ੍ਰੋਪਰ ਬਹਿ ਕੇ ਆਪਣੇ ਸਾਹ ਦੇ ਉੱਤੇ ਕੰਸਨਟਰੇਟ ਕਰੋ, ਬਰੀਥਿੰਗ ਐਕਸਰਸਾਈਜ਼ ਕਰੋ। ਉਹਦੇ ਨਾਲ ਕੀ ਹੈ ਕਿ ਤੁਹਾਡੀ ਬਾਡੀ ਕਾਫੀ ਜ਼ਿਆਦਾ ਰਿਲੈਕਸਡ ਫੀਲ ਕਰੇਗੀ। ਆਇਡੈਂਟੀਫਾਈ ਹਾਊ ਯੂ ਫੀਲ। ਹੁਣ ਤੁਸੀਂ ਬਰੀਥਿੰਗ ਐਕਸਰਸਾਈਜ਼ ਕਰਨ ਤੋਂ ਬਾਅਦ ਦੇਖੋ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕੀਤਾ। ਤੁਹਾਨੂੰ ਲੱਗੇਗਾ ਕਿ ਮੇਰਾ ਸਰੀਰ ਹੁਣ ਥੱਕਿਆ ਸੀਗਾ, ਪਰ ਹੁਣ ਬਰੀਥਿੰਗ ਐਕਸਰਸਾਈਜ਼ ਤੋਂ ਬਾਅਦ ਫਿਰ ਦੁਬਾਰਾ એનર્ਜੈਟਿਕ ਹੋ ਗਿਆ। ਆਫਟਰ ਟੇਕਿੰਗ ਅ ਬ੍ਰੇਕ, ਐਕਸਪ੍ਰੈਸ ਔਰ ਰਿਲੀਜ਼ ਯੋਰ ਫੀਲਿੰਗਸ। ਆਪਣੀਆਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਉਹਨੂੰ ਸ਼ੇਅਰ ਜ਼ਰੂਰ ਕਰੋ। ਤੁਹਾਡੀਆਂ ਕੋਈ ਫੀਲਿੰਗਸ ਨੇ ਤਾਂ ਉਹਨੂੰ ਜਦੋਂ ਆਪਾਂ ਸ਼ੇਅਰ ਕਰਦੇ ਹਾਂ, ਸ਼ੇਅਰ ਕਰ ਲਾਂਗੇ ਦੁੱਖ ਤੁਹਾਡਾ, ਆਪਾਂ ਕਹਿੰਦੇ ਅੱਧਾ ਦੁੱਖ ਘਟ ਜਾਂਦਾ ਬੰਦੇ ਦਾ। ਅੱਗੇ ਐਨਜ਼ਾਈਟੀ। ਦੇਖੋ ਐਨਜ਼ਾਈਟੀ ਕੀ ਹੈ? ਇਹ ਵੀ ਇੱਕ ਨਰਵਸਨੈਸ ਦਾ ਇੱਕ ਡਿਸਆਰਡਰ ਹੈ। ਆਪਾਂ ਕਈ ਵਾਰੀ ਕੀ ਹੈ, ਜਿਵੇਂ ਡਾਕਟਰ ਕੋਲ ਜਾਂਦੇ ਆ, ਆਪਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਕੋਈ ਐਗਜ਼ਾਮ ਦੇਣਾ ਹੈ, ਸਾਨੂੰ ਐਨਜ਼ਾਈਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਕਿਸੇ ਸਿਚੁਏਸ਼ਨ ਨੂੰ ਬੋਲਡਲੀ ਜਦੋਂ ਫੇਸ ਨਹੀਂ ਕਰ ਪਾਉਂਦੇ ਤਾਂ ਸਾਨੂੰ ਕੀ ਹੈ, ਸਾਨੂੰ ਐਨਜ਼ਾਈਟੀ ਹੁੰਦੀ ਹੈ। ਉਹਦੇ ਨਾਲ ਕਈ ਵਾਰੀ ਕੀ ਹੈ, ਸਾਡੀ ਜਿਹੜੀ ਹਾਰਟ ਬੀਟ ਹੈ ਉਹ ਇਨਕਰੀਜ਼ ਕਰ ਜਾਂਦੀ ਹੈ। ਐਨਜ਼ਾਈਟੀ ਇਜ਼ ਅ ਜਨਰਲ ਟਰਮ ਫॉर ਸੈਵਰਲ ਡਿਸਆਰਡਰਸ ਦੈਟ ਕਾਜ਼ਸ ਨਰਵਸਨੈਸ। ਕਈ ਗੱਲਾਂ ਕਰਕੇ ਸਾਨੂੰ ਐਨਜ਼ਾਈਟੀ ਹੋ ਸਕਦੀ ਹੈ। ਫੀਅਰ, ਸਾਨੂੰ ਕੋਈ ਡਰ ਹੈ, ਐਪਰੀਹੈਂਸ਼ਨ ਹੈ, ਐਂਡ ਵਰਿੰਗ ਹੈ, ਕੋਈ ਆਪਾਂ ਚਿੰਤਾ ਕਰੀ ਜਾ ਰਹੇ ਹਾਂ ਬਿਨਾਂ ਹੀ ਲੋੜ ਤੋਂ। ਥੀਸ ਡਿਸਆਰਡਰਸ ਇਫੈਕਟ ਹਾਊ ਵੀ ਫੀਲ ਐਂਡ ਬਿਹੇਵ ਐਂਡ ਦੇ ਕੈਨ ਮੈਨੀਫੈਸਟ ਰੀਅਲ ਫਿਜ਼ੀਕਲ ਸਿੰਪਟਮ। ਆਪਾਂ ਜਦੋਂ ਲੰਬਾ ਟਾਈਮ ਐਨਜ਼ਾਈਟੀ ਨੂੰ ਹੰਢਾਉਂਦੇ ਹਾਂ ਤਾਂ ਸਾਡੀ ਬਾਡੀ ਉੱਤੇ ਇਹਦੇ ਫਿਜ਼ੀਕਲ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਨੇ। ਦੇਖੋ ਅੱਜ ਦੇ ਟਾਈਮ ਦੇ ਵਿੱਚ ਇਹ ਨਹੀਂ ਹੈਗਾ ਕਿ ਐਨਜ਼ਾਈਟੀ ਦਾ ਕੋਈ ਇਲਾਜ ਨਹੀਂ, ਕਿ ਮੈਂਟਲ ਡਿਸਆਰਡਰ ਦਾ ਕੋਈ ਇਲਾਜ ਨਹੀਂ। ਬਹੁਤ ਅੱਛੇ ਡਾਕਟਰ ਦੇ ਸਾਈਕੈਟ੍ਰਿਸਟ ਹੈਗੇ ਨੇ, ਤੁਸੀਂ ਉਹਨਾਂ ਕੋਲੇ ਜਾਓ। ਤੁਹਾਨੂੰ ਇਹਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ। ਇਹ ਕੋਈ ਤੁਹਾਡਾ ਸੁਸਾਇਟੀ ਦੇ ਵਿੱਚ ਤੁਹਾਡੇ ਉੱਤੇ ਕੋਈ ਸਟਿਗਮਾ ਨਹੀਂ ਲੱਗਿਆ, ਤੁਹਾਡੇ ਉੱਤੇ ਕੋਈ ਦੋਸ਼ ਨਹੀਂ ਲੱਗਿਆ ਇਸ ਚੀਜ਼ ਦਾ ਕਿ ਤੁਹਾਨੂੰ ਐਨਜ਼ਾਈਟੀ ਦੀ ਪ੍ਰੋਬਲਮ ਹੈ। ਆਮ ਤੌਰ ਤੇ ਉੱਤੇ ਕੀ ਹੁੰਦਾ ਕਿ ਅਸੀਂ ਕੋਈ ਬ੍ਰੇਨ ਨਾਲ ਰਿਲੇਟਡ ਪ੍ਰੋਬਲਮ ਹੈ ਜਿਹੜੀ ਸਾਡੇ ਸਮਾਜ 'ਚ ਇਹ ਕਹਿੰਦੇ ਨੇ ਜੀ ਇਹ ਤਾਂ ਜੀ ਬੰਦਾ ਠੀਕ ਨਹੀਂ ਹੈਗਾ, ਇਹ ਦਿਮਾਗੀ ਹਾਲਤ ਠੀਕ ਨਹੀਂ ਹੈਗੀ। ਦੇਖੋ ਬੇਟੇ, ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਇੰਡਸਟਰੀ ਦੇ ਵਿੱਚ ਲਗਾਤਾਰ ਕੰਮ ਕਰਨਾ, ਇਹ ਪ੍ਰੋਬਲਮ ਹੈ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ। ਇਹਦੇ ਲਈ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਅੱਛੇ ਸਾਈਕੈਟ੍ਰਿਸਟ ਕੋਲ ਜਾਓ, ਉਹ ਤੁਹਾਨੂੰ ਦਵਾਈ ਤੋਂ ਬਿਨਾਂ ਵੀ ਬੜੀਆਂ ਟੈਕਨੀਕਸ ਦੱਸੇਗਾ। ਦਵਾਈਆਂ ਤਾਂ ਹੈਗੀਆਂ ਨੇ, ਪਰ ਤੁਹਾਨੂੰ ਜਿਹੜੀ ਸਟੇਜ ਦੇ ਵਿੱਚ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਨਾ, ਤੁਹਾਨੂੰ ਕੋਈ ਮੈਡੀਸਨ ਦੀ ਲੋੜ ਨਹੀਂ। ਤੁਸੀਂ ਸਾਈਕੈਟ੍ਰਿਸਟ ਕੋਲ ਜਾ ਕੇ ਆਪਣੀ ਪੂਰੀ ਪ੍ਰੋਬਲਮ ਦੱਸੋ ਜੀ, ਮੇਰੀ ਆਹ ਨੂੰ ਸਾਰੀ ਡਿਟੇਲ ਦੇ ਵਿੱਚ ਦੱਸ ਦਿਓ ਕਿ ਜੀ ਆਹ ਮੈਨੂੰ ਪ੍ਰੋਬਲਮਸ ਨੇ, ਆਹ ਫਿਜ਼ੀਕਲ ਸਿੰਪਟਮਸ ਮੇਰੀ ਬਾਡੀ ਉੱਤੇ ਆਉਂਦੇ ਨੇ। ਤੁਹਾਨੂੰ ਉਹ ਕੰਪਲੀਟ ਉਹਦਾ ਸੋਲੂਸ਼ਨ ਦੇਗਾ। ਟਿਪਸ ਟੈਕਨੀਕਸ ਟੂ ਮੈਨੇਜ ਐਨਜ਼ਾਈਟੀ। ਨੰਬਰ 1 ਇਜ਼ ਮੈਡੀਟੇਸ਼ਨ। ਦੇਖੋ ਮੈਡੀਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਜਿਸ ਤਰ੍ਹਾਂ ਆਪਾਂ ਯੋਗਾ ਕਰਦੇ ਹਾਂ, ਕਪਾਲਭਾਤੀ ਕਰਦੇ ਹਾਂ, ਅਲੋਮ ਵਿਲੋਮ ਕਰਦੇ ਹਾਂ, ਤੁਸੀਂ ਫਿਜ਼ੀਕਲ ਐਕਸਰਸਾਈਜ਼ ਕਰਦੇ, ਮੈਡੀਟੇਸ਼ਨ ਤਾਂ ਇੱਕ ਸਾਡੀ ਲਾਈਫ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਬਰੀਥਿੰਗ ਐਕਸਰਸਾਈਜ਼ਸ, ਟੇਕ ਡੀਪ ਬਰੀਥ। ਦੇਖੋ ਲੰਬੇ ਲੰਬੇ ਸਾਹ ਲਓ, ਆਪਣੇ ਸਾਹ ਦੇ ਉੱਤੇ ਕੰਸਨਟਰੇਟ ਕਰੋ। ਦੇਖੋ ਤੁਸੀਂ YouTube ਦੇ ਉੱਤੇ ਕਿੰਨੀਆਂ ਅੱਛੀਆਂ ਮੈਡੀਟੇਸ਼ਨ ਦੀਆਂ ਬਰੀਥਿੰਗ ਐਕਸਰਸਾਈਜ਼ਸ ਹੈਗੀਆਂ ਨੇ। ਤੁਸੀਂ ਮੈਡੀਟੇਸ਼ਨ ਕਰੋ, ਆਪਣੇ ਲੰਬੇ ਲੰਬੇ ਸਾਹ ਲਓ,
ਐਕਸਰਸਾਈਜ਼ ਰੈਗੂਲਰਲੀ ਡੇਲੀ। ਦੇਖੋ ਇਹ ਲਾਈਫ ਦੇ ਵਿੱਚ ਤੁਸੀਂ ਜਦੋਂ ਇੰਡਸਟਰੀ ਵਿੱਚ ਨੌਕਰੀ ਕਰਨੀ ਹੈ ਤਾਂ ਐਕਸਰਸਾਈਜ਼ ਨੂੰ, ਚਾਹੇ ਸ਼ਾਮ ਨੂੰ ਤੁਸੀਂ ਕੋਈ ਗੇਮ ਲਾਓ, ਬੈਡਮਿੰਟਨ ਖੇਡ ਲਓ, ਤੁਸੀਂ ਆਪਣੀ ਵਾਲੀਬਾਲ ਖੇਡ ਲਓ, ਤੇਜ਼ ਵਾਕ ਕਰ ਲਓ, ਫਿਰ ਆਪਣੀ 15-20 ਮਿੰਟ ਐਕਸਰਸਾਈਜ਼ਸ ਕਰੋ। ਜੇ ਤੁਸੀਂ ਫਿਜ਼ੀਕਲੀ ਫਿਟ ਹੋ, ਥੋੜਾ ਮੈਂਟਲ ਲੈਵਲ ਫਿਟਨੈਸ ਇਨਕਰੀਜ਼ ਕਰੇਗਾ। ਲਾਫ, ਦੇਖੋ ਥੋੜੀ ਗੱਲ ਦੇ ਉੱਤੇ ਹੱਸਣਾ ਸ਼ੁਰੂ ਕਰੋ, ਕਿ ਨਿੱਕੀ ਨਿੱਕੀ ਖੁਸ਼ੀ ਮਿਲਦੀ ਹੈ ਉਹਦੇ ਉੱਤੇ ਖੁਸ਼ ਰਹੋ ਲਾਈਫ ਦੇ ਵਿੱਚ। ਲਵ ਯੋਰਸੈਲਫ, ਦੇਖੋ ਆਪਣੇ ਆਪ ਨੂੰ ਪਿਆਰ ਕਰੋ। ਇਹ ਜ਼ਿੰਦਗੀ ਦੇਖੋ ਆਪਾਂ ਨੂੰ ਇਹ ਇੱਕੋ ਵਾਰੀ ਮਿਲੀ ਹੈ, ਜਦੋਂ ਜ਼ਿੰਦਗੀ ਨੂੰ ਖਤਮ ਹੋ ਜਾਣਾ ਪਤਾ ਨਹੀਂ ਇਹਦਾ ਕੀ ਹੋਣਾ ਹੈ, ਇਹ ਕਿਸੇ ਚੀਜ਼ ਦਾ ਨਹੀਂ ਆਪਾਂ ਨੂੰ ਪਤਾ ਹੈਗਾ। ਇਸ ਕਰਕੇ ਤੁਸੀਂ ਜਿੰਨਾ ਚਿਰ ਵੀ ਜਿਉਣਾ ਹੈ ਆਪਣੇ ਆਪ ਨੂੰ ਸੋਚੋ ਕਿ ਮੈਂ ਇੱਕ ਬਹੁਤ ਅੱਛੀ ਜ਼ਿੰਦਗੀ ਕੱਟਣੀ ਹੈ। ਆਪਣੇ ਆਪ ਨੂੰ ਪਿਆਰ ਕਰੋ। ਡਿਕਰੀਜ਼ ਦਾ ਨੈਗੇਟਿਵ ਸੈਲਫ ਟਾਕ, ਕਦੇ ਵੀ ਆਪਣੇ ਵਿੱਚ ਨੈਗੇਟਿਵਿਟੀ ਨਾ ਲੈ ਕੇ ਆਓ। ਹਮੇਸ਼ਾ ਪੋਜ਼ਿਟਿਵ ਰਹੋ, ਆਪਟੀਮਿਸਟਿਕ ਰਹੋ। ਕਦੇ ਵੀ ਲਾਈਫ ਦੇ ਵਿੱਚ ਤੁਸੀਂ ਨੈਗੇਟਿਵ ਚੀਜ਼ ਨੂੰ ਆਪਣੇ ਅੰਦਰ, ਤੁਹਾਨੂੰ ਲੱਗਦਾ ਕੋਈ ਤੁਹਾਡਾ ਦੋਸਤ ਨੈਗੇਟਿਵ ਗੱਲਾਂ ਕਰਦਾ, ਤੁਹਾਡਾ ਰਿਲੇਟਿਵ ਹੈ, ਤਾਂ ਉਹਨੂੰ ਸਕਿਪ ਕਰ ਦਿਓ, ਉਹਦੇ ਨਾਲ ਬਹੁਤਾ ਤਾਲਮੇਲ ਨਾ ਰੱਖੋ, ਤਾਂ ਕਿ ਤੁਹਾਨੂੰ ਨੈਗੇਟਿਵ ਥੋੜੇ ਜਿਹੇ ਨੈਗੇਟਿਵਿਟੀ ਜਾਣਾ ਸ਼ੁਰੂ ਹੋ ਜਾਏ ਕਿਤੇ। ਲਿਮਟ ਅਲਕੋਹਲ ਐਂਡ ਕੈਫੀਨ, ਦੇਖੋ ਅਲਕੋਹਲ ਥੋੜੀ ਆਪਾਂ ਕਹਿੰਦੇ ਕਿ ਮੈਡੀਸਨ ਹੈ, ਜਦੋਂ ਆਪਾਂ ਜ਼ਿਆਦਾ ਪੀਂਦੇ ਹਾਂ ਤਾਂ ਸਾਨੂੰ ਇਹ ਖਰਾਬ ਕਰਦੀ ਹੈ, ਸਾਡੀਆਂ ਕਿਡਨੀਜ਼ ਨੂੰ, ਸਾਡੀ ਸਾਰੀ ਬਾਡੀ ਨੂੰ ਇਹ ਖਰਾਬ ਕਰਦੀ ਹੈ। ਮੇਨਟੇਨ ਅ ਪੋਜ਼ਿਟਿਵ ਐਟੀਟਿਊਡ, ਲਾਈਫ ਦੇ ਵਿੱਚ ਹਮੇਸ਼ਾ ਆਪਣਾ ਪੋਜ਼ਿਟਿਵ ਐਟੀਟਿਊਡ ਰੱਖੋ। ਐਕਸੈਪਟ ਦੈਟ ਯੂ ਕੈਨਟ ਕੰਟਰੋਲ ਐਵਰੀਥਿੰਗ, ਇੱਕ ਗੱਲ ਵਿਸ਼ੇ ਯਾਦ ਰੱਖੋ ਕਿ ਤੁਸੀਂ ਸਾਰੇ ਕੰਮ ਨਹੀਂ ਕਰ ਸਕਦੇ। ਦੇਖੋ ਜੇ ਤੁਸੀਂ ਹੁਣ ਮਕੈਨੀਕਲ ਦੇ ਬੱਚੇ ਹੋ, ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਮੈਡੀਕਲ ਟਰਮਾਂ ਵੀ ਸਾਰੇ ਪਤਾ ਹੋਣ, ਤੁਹਾਨੂੰ ਸਾਰਾ ਕੰਮ ਇਲੈਕਟ੍ਰੀਕਲ ਦਾ ਵੀ ਪਤਾ ਹੋਵੇ, ਤੁਹਾਨੂੰ ਇਲੈਕਟ੍ਰੋਨਿਕਸ ਦਾ ਵੀ ਪਤਾ ਹੋਵੇ, ਕੰਪਿਊਟਰ ਦਾ ਵੀ ਪਤਾ ਹੋਵੇ, ਜਾਂ ਤੁਹਾਨੂੰ ਹਰ ਇੱਕ ਚੀਜ਼ ਬਾਰੇ ਪਤਾ ਹੋਵੇ, ਜਿਸ ਤਰ੍ਹਾਂ ਪੋਸੀਬਲ ਨਹੀਂ ਹੈਗਾ। ਜੇ ਤੁਹਾਨੂੰ ਲੱਗਦਾ ਕੋਈ ਚੀਜ਼ ਤੁਹਾਡੇ 'ਚ ਕਮੀ ਹੈ ਤਾਂ ਉਹਦਾ ਜਿਹੜਾ ਐਕਸਪਰਟ ਹੈ ਉਹਦੇ ਨਾਲ ਗੱਲ ਕਰ ਲਓ। ਜੇ ਤੁਹਾਡਾ ਐਂਜ਼ਾਈਟੀ ਲੈਵਲ ਤੁਹਾਨੂੰ ਲੱਗ ਰਿਹਾ ਵੱਧ ਰਿਹਾ, ਅੱਛੇ ਕਿ ਡਾਕਟਰ ਨੂੰ ਕੰਸਲਟ ਕਰੋ ਨਾ। ਇੱਧਰ ਆਮ ਕਿਸੇ ਕੋਲ ਜਾਣ ਥਾਂ ਤੇ ਅੱਛੇ ਡਾਕਟਰ ਦੇ ਨਾਲ ਕੰਸਲਟ ਕਰੋ। ਗੈਟ ਐਂਡ ਸਲੀਪ, ਦੇਖੋ ਤੁਸੀਂ 6-7-8 ਘੰਟੇ ਚੰਗੀ ਸਾਊਂਡ ਸਲੀਪ ਲਓ, ਤੇ ਤੁਹਾਨੂੰ ਪਤਾ ਕਿ ਮੈਂ ਦੁਬਾਰਾ ਫੇਰ ਸਵੇਰੇ ਕੰਮ ਦੇ ਉੱਤੇ ਜਾਣਾ। ਵੀਕਐਂਡ ਦੇ ਉੱਤੇ ਥੋੜਾ ਜਿਹਾ ਰੈਸਟ, ਆਪਣੀ ਜਿਹੜੀ ਸਲੀਪ ਹੈ ਉਹਨੂੰ ਇਨਕਰੀਜ਼ ਕਰ ਲਓ। ਈਟ ਵੈਲ ਬੈਲੈਂਸਡ ਮੀਲਸ, ਦੇਖੋ ਆਪਣਾ ਖਾਣਾ 3 ਟਾਈਮ ਦੀ ਅੱਛੀ ਡਾਈਟ ਲਓ, ਉਹਦੇ ਵਿੱਚ ਪ੍ਰੋਪਰ ਤੁਸੀਂ ਸਾਰੀਆਂ ਪ੍ਰੋਟੀਨਸ ਲਓ, ਤੇ ਨਟਸ ਵਗੈਰਾ ਵੀ ਲਓ। ਆਪਣਾ ਦੁੱਧ ਦਾ ਖਾਸ ਖਿਆਲ ਰੱਖੋ। ਜਿੰਨਾ ਤੁਸੀਂ ਅੱਛੀ ਡਾਈਟ ਲਓਗੇ ਉਹਦੇ ਨਾਲ ਕਿ ਤੁਹਾਡੀ ਫਿਜ਼ੀਕਲ ਤੇ ਮੈਂਟਲ ਹੈਲਥ ਇੰਪਰੂਵ ਹੋਏਗੀ। ਬਟ ਇਸ ਚੈਪਟਰ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਰਾਈਟ ਸ਼ਾਰਟ ਨੋਟ ਔਨ ਐਂਜ਼ਾਈਟੀ ਜਾਂ ਟਾਈਪਸ ਆਫ ਸਟ੍ਰੈਸ, ਤੁਹਾਨੂੰ 5-5 ਨੰਬਰ ਦੇ 2 ਕੁਐਸਚਨ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਨੇ। ਇਹ ਇੰਪੋਰਟੈਂਟ ਹੈ, ਤੁਹਾਨੂੰ ਇਹ 'ਚ ਵੱਡਾ ਕੁਐਸਚਨ ਨਹੀਂ ਆਉਂਦਾ। 5-5 ਨੰਬਰ ਦੇ ਚੈਪਟਰ ਵਿੱਚੋਂ ਤਕਰੀਬਨ 2 ਕੁਐਸਚਨ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਨੇ। ਇਮੋਸ਼ਨਸ ਵਾਲਾ ਤੇ ਐਂਜ਼ਾਈਟੀ ਆ ਜ਼ਿਆਦਾਤਰ ਇਹ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ। ਥੈਂਕ ਯੂ ਬੇਟੇ।